Dear student, welcome back to lecture on current electricity. Today we are going to start very important topic, Ohm's law. ਜਿਸ ਤਰ੍ਹਾਂ ਸਾਡਾ ਜਿਹੜਾ ਪਹਿਲਾ ਯੂਨਿਟ ਸੀ ਇਲੈਕਟ੍ਰੋਸਟੈਟਿਕ, ਜਿਹੜਾ ਤੁਸੀਂ ਪੜਿਆ ਉਹ ਸਾਰੇ ਦਾ ਸਾਰਾ ਕੂਲਮ ਲਾਅ ਦੇ ਉੱਪਰ ਹੀ ਬੇਸ ਹੋ ਗਿਆ। ਇਸੇ ਤਰੀਕੇ ਨਾਲ ਜਿਹੜਾ ਹੈ ਕਰੰਟ ਇਲੈਕਟ੍ਰਿਸਿਟੀ ਦੇ ਵਿੱਚ ਇੱਕ ਮੇਨ ਲਾਅ ਹੈ, ਡੈਟ ਇਜ਼ ਓਮਸ ਲਾਅ। ਅੱਜ ਅਸੀਂ ਇਹਦੇ ਬਾਰੇ ਜਿਹੜਾ ਹੈ ਡਿਸਕਸ ਕਰਾਂਗੇ। ਸਾਨੂੰ ਪਤਾ ਹੈ ਕਿ ਜੇਕਰ ਸਾਡੇ ਕੋਲ ਕੋਈ ਕੰਡਕਟਰ ਹੈ, ਮੰਨ ਲਓ ਕਾਪਰ ਦੀ ਵਾਇਰ ਹੈ, ਜੇ ਬਾਹਰੋਂ ਅਸੀਂ ਪੋਟੈਂਸ਼ੀਅਲ ਡਿਫਰੈਂਸ ਨਹੀਂ ਅਪਲਾਈ ਕਰਦੇ ਤਾਂ ਵਾਇਰ ਵਿੱਚ ਕਰੰਟ ਕਿੰਨਾ ਹੁੰਦਾ ਹੈ? ਸਾਨੂੰ ਸਭ ਨੂੰ ਪਤਾ ਹੈ ਕਿ ਕਰੰਟ ਜਿਹੜਾ ਵਾਇਰ ਵਿੱਚ ਫਲੋ ਨਹੀਂ ਕਰੇਗਾ, ਕਿਉਂਕਿ ਅੰਦਰ ਰੈਂਡਮਨੈਸ ਹੀ ਇੰਨੀ ਹੈ ਕਿ ਕੋਈ ਵੀ ਇਲੈਕਟ੍ਰੋਨ ਜਿਹੜਾ ਹੈ ਆਪਣੀ ਜਗ੍ਹਾ ਤੋਂ ਮੂਵ ਨਹੀਂ ਕਰਦਾ। ਤੇ ਜੇਕਰ ਅਸੀਂ ਵਾਇਰ ਵਿੱਚ ਕਰੰਟ ਨੂੰ ਫਲੋ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਹਰੋਂ ਪੋਟੈਂਸ਼ੀਅਲ ਡਿਫਰੈਂਸ ਲਗਾਉਣਾ ਹੀ ਪਏਗਾ, ਕਿਉਂਕਿ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਰੈਂਡਮਨੈਸ ਖਤਮ ਕਰਕੇ ਇਲੈਕਟ੍ਰੋਨਸ ਨੂੰ ਜਿਹੜਾ ਹੈ ਡ੍ਰਿਫਟ ਹੋਣ ਦੇ ਵਿੱਚ ਜਿਹੜਾ ਹੈ ਹੈਲਪ ਕਰਦਾ ਹੈ, ਅਦਰਵਾਈਜ਼ ਕਰੰਟ ਫਲੋ ਨਹੀਂ ਕਰੇਗਾ। ਇਹਦਾ ਮਤਲਬ ਕਰੰਟ ਫਲੋ ਕਰਾਉਣਾ ਹੈ ਤੇ ਪੋਟੈਂਸ਼ੀਅਲ ਡਿਫਰੈਂਸ ਚਾਹੀਦਾ ਹੈ। ਕਰੰਟ ਨੂੰ ਅਸੀਂ I ਨਾਲ ਲਿਖਦੇ ਹਾਂ, ਪੋਟੈਂਸ਼ੀਅਲ ਡਿਫਰੈਂਸ ਸਾਡੇ ਕੋਲ ਹੈਗਾ V। ਇਹਦਾ ਮਤਲਬ ਇਹਨਾਂ ਦੋਨਾਂ ਦੇ ਵਿੱਚ ਕੋਈ ਨਾ ਕੋਈ ਰਿਲੇਸ਼ਨ ਜ਼ਰੂਰ ਹੈ। ਜੇ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਆ ਤਾਂ ਹੀ ਜਿਹੜਾ ਸਾਡਾ ਕੰਡਕਟਰ ਦੇ ਵਿੱਚ ਕਰੰਟ ਫਲੋ ਕਰਦਾ ਹੈ। ਇਹਦਾ ਮਤਲਬ potential difference and current, they are directly proportional to each other। ਇਹ ਕੀ ਪਾਇਆ ਗਿਆ experimentally? The current, a definition ਬੋਲਣ ਲੱਗਾ, the current flowing through a conductor is directly proportional to the applied potential difference across its ends। ਮੰਨ ਲਓ ਸਾਡੇ ਕੋਲ ਇੱਕ ਕੰਡਕਟਰ ਹੈ, ਇਸ ਕੰਡਕਟਰ ਦੇ ਐਂਡ ਦੇ ਉੱਤੇ ਅਸੀਂ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੈ ਅਸੀਂ ਅਪਲਾਈ ਕਰ ਦਿੰਦੇ ਹਾਂ। then here is the positive terminal, here is negative, and the current will start flowing and electron will move opposite to the direction of current flow होना शुरू हो गया। now this current is directly proportional to the applied potential difference। greater the potential difference applied, greater will be the current flowing। ਜਿੰਨਾ potential ਵਧਾਉਂਦੇ ਜਾਓਗੇ ਕਰੰਟ ਸਾਡਾ ਜਿਹੜਾ ਹੈ ਉਹ ਵਧਦਾ ਜਾਏਗਾ, provided, ਲੇਕਿਨ ਇੱਕ ਮਗਰ ਸ਼ਰਤ ਹੈ, temperature, mechanical strain, they should remain same। ਕੁਝ ਫਿਜ਼ੀਕਲ ਕੰਡੀਸ਼ਨਸ ਨੇ ਜਿਹੜੀਆਂ ਸੇਮ ਰਹਿਣੀਆਂ ਚਾਹੀਦੀਆਂ ਨੇ। ਨਾਓ V, potential difference and current flowing through the wire, they are directly proportional to each other। and when we remove the proportionality constant, then we will put constant, ਇੱਥੇ constant ਅਸੀਂ ਲਗਾਉਂਦੇ ਆ R ਤੇ ਨਾਲ ਸਾਡੇ ਕੋਲ ਆ ਗਿਆ I। and R is a constant known as, ਇਹਨੂੰ ਅਸੀਂ ਬੋਲਦੇ ਆ resistance of a conductor। R ਦਾ ਜਿਹੜਾ ਨਾਮ ਹੈ it is called resistance of a conductor। V potential difference, I current, both are directly, ਹਮੇਸ਼ਾ directly ਨਹੀਂ ਰਹਿੰਦੇ। ਇਹ ਉਹਨਾਂ ਚਿਰ ਡਾਇਰੈਕਟਲੀ ਪ੍ਰਪੋਰਸ਼ਨਲ ਨੇ ਜਿੰਨਾ ਚਿਰ ਸਾਡੀਆਂ ਫਿਜ਼ੀਕਲ ਕੰਡੀਸ਼ਨਸ ਲਾਈਕ ਟੈਂਪਰੇਚਰ ਦੇ ਰਿਮੇਨ ਸੇਮ। ਇਹਦੇ ਬਾਰੇ ਮੈਂ ਬਾਅਦ ਚੋਂ ਡਿਸਕਸ ਕਰਦਾ, ਪਹਿਲਾਂ ਹੀ ਫਾਰਮੂਲਾ ਡਰਾਈਵ ਕਰਾਂਗੇ। ਉਸ ਤੋਂ ਬਾਅਦ ਜਿਹੜਾ ਹੈ ਕਿ ਟੈਂਪਰੇਚਰ ਚੇਂਜ ਹੋਣ ਦੇ ਨਾਲ ਜਿਹੜਾ ਹੈ ਉਹ ਕਿਸ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਹੈ ਪ੍ਰਪੋਰਸ਼ਨੈਲਿਟੀ ਕਨਸਟੈਂਟ 'ਚ ਫਰਕ ਪਏਗਾ, ਉਹ ਅਸੀਂ ਬਾਅਦ ਚੋਂ ਡਿਸਕਸ ਕਰਦੇ ਹਾਂ। ਨਾਓ V is equal to RI। this formula is called Ohm's law। ਇਹ ਜਿਹੜਾ ਸਾਡਾ ਫਾਰਮੂਲਾ ਹੈ ਇਹਨੂੰ ਅਸੀਂ ਓਮਸ ਲਾਅ ਬੋਲਦੇ ਹਾਂ। V is equal to RI ਜਾਂ V is equal to IR। R is a constant known as resistance of a conductor। Now what is
ਰੈਜ਼ਿਸਟੈਂਸ। ਰੈਜ਼ਿਸਟੈਂਸ ਕੀ ਚੀਜ਼ ਹੈ? ਰੈਜ਼ਿਸਟੈਂਸ ਦਾ ਮਤਲਬ ਜੇ ਅਸੀਂ ਪੰਜਾਬੀ ਚ ਵੈਸੇ ਦੇਖੀਏ, ਇਟ ਇਜ਼ ਜਸਟ ਰੁਕਾਵਟ। ਰੈਜ਼ਿਸਟੈਂਸ ਜਿਹੜੀ ਹੈ ਰੁਕਾਵਟ ਜਿਹੜਾ ਕੰਡਕਟਰ ਆਫਰ ਕਰਦਾ ਹੈ ਟੂ ਦਾ ਫਲੋ ਆਫ ਕਰੰਟ। ਜਦੋਂ ਇਲੈਕਟ੍ਰੋਨ ਕੰਡਕਟਰ ਚੋਂ ਮੂਵ ਕਰਦੇ ਆ, ਬਾਹਰੋਂ ਅਸੀਂ ਲਗਾਤਾ ਪੋਟੈਂਸ਼ੀਅਲ ਡਿਫਰੈਂਸ, ਇਲੈਕਟ੍ਰੋਨ ਜਦੋਂ ਕੰਡਕਟਰ ਵਿੱਚੋਂ ਮੂਵ ਕਰਦੇ ਆ, ਰੈਂਡਮਨੈਸ ਹੋਣ ਕਰਕੇ ਇਹ ਆਪਸ ਵਿੱਚ ਕੋਲਾਈਡ ਕਰਦੇ ਆ। ਜਦੋਂ ਆਪਸ ਵਿੱਚ ਕੋਲਾਈਡ ਕਰਦੇ ਆ ਤੇ ਨਾਲ ਜਿਹੜੀ ਅੰਦਰ ਲੈਟਿਸ ਹੈ ਉਹਦੇ ਆਇਨਸ ਦੇ ਨਾਲ ਇਹਨਾਂ ਦੀ ਟੱਕਰ ਹੁੰਦੀ ਹੈ। ਜਦੋਂ ਇਲੈਕਟ੍ਰੋਨ ਦੀ ਟੱਕਰ ਕਿਸੇ ਆਇਨ ਦੇ ਨਾਲ ਹੁੰਦੀ ਹੈ, ਉਸ ਤੋਂ ਬਾਅਦ ਇਲੈਕਟ੍ਰੋਨ ਟੱਕਰ ਖਾ ਕੇ ਡਿਫਲੈਕਟਡ ਬੈਕ, ਉਹ ਪਿੱਛੇ ਨੂੰ ਆ ਜਾਂਦਾ ਹੈ। ਜਦੋਂ ਇਲੈਕਟ੍ਰੋਨ ਪਿੱਛੇ ਨੂੰ ਆਇਆ, ਇਹਦਾ ਮਤਲਬ ਹੈ ਕਿ ਇਲੈਕਟ੍ਰੋਨ ਦੀ ਮੋਸ਼ਨ ਦੇ ਵਿੱਚ ਆਪੋਜੀਸ਼ਨ ਮਿਲੀ। ਅੱਗੇ ਜਾਣਾ ਚਾਹੁੰਦਾ ਸੀ, ਟੱਕਰ ਖਾ ਕੇ ਪਿਛਾਂਹ ਨੂੰ ਆ ਗਿਆ। ਇਹਦਾ ਮਤਲਬ ਇਲੈਕਟ੍ਰੋਨ ਫੇਸ ਆਪੋਜੀਸ਼ਨ ਐਂਡ ਦੈਟ ਇਜ਼ ਆਫਰਡ ਬਾय ਦਾ ਕੰਡਕਟਰ, ਕਿਉਂਕਿ ਕੰਡਕਟਰ ਦੇ ਐਟਮਸ ਆਇਨ ਦੇ ਨਾਲ ਟੱਕਰ ਹੋਈ, ਐਂਡ ਹੈਂਸ ਇਟ ਇਜ਼ ਕਾਲਡ ਰੈਜ਼ਿਸਟੈਂਸ, ਰੁਕਾਵਟ। ਜਿਹੜੀ ਚੀਜ਼ ਇਲੈਕਟ੍ਰੋਨ ਨੂੰ ਫਲੋ ਹੋਣ ਤੋਂ ਰੋਕਦੀ ਹੈ, ਕਰੰਟ ਨੂੰ ਫਲੋ ਹੋਣ ਤੋਂ ਰੋਕਦੀ ਹੈ, ਉਸ ਨੂੰ ਅਸੀਂ ਜਿਹੜਾ ਰੈਜ਼ਿਸਟੈਂਸ ਜਿਹੜਾ ਉਹਨੂੰ ਆਪਾਂ ਕਹਿੰਦੇ ਆ। ਇਟ ਇਜ਼ ਦਾ opposition faced by the current when it flows through the conductor। ਇਹ ਆਂਦੀ ਕਿਹਦੇ ਕਰਕੇ ਆ? collision ਕਰਕੇ। what is the cause of resistance? The cause of resistance is the collision of electron with each other and as well as with the ions of the lattice। ਅੰਦਰ ਜਦੋਂ ਇਲੈਕਟ੍ਰੋਨ ਭਜਦੇ ਨੇ, ਆਇਨਸ ਨਾਲ ਟੱਕਰ ਹੁੰਦੀ ਹੈ, ਟੱਕਰ ਖਾ ਕੇ ਇਲੈਕਟ੍ਰੋਨ ਪਿਛਾਂਹ ਨੂੰ ਹੋ ਜਾਂਦਾ ਹੈ, ਵਾਪਸ ਡਿਫਲੈਕਟਡ ਬੈਕ। ਅਸੀਂ ਕਹਿੰਦੇ ਆ ਕਿ ਰੈਜ਼ਿਸਟੈਂਸ ਜਿਹੜੀ ਹੈ ਉਹ ਆਫਰ ਹੋ ਗਈ। ਜਦੋਂ ਰੈਜ਼ਿਸਟੈਂਸ ਹੋਈ, ਕੋਲੀਜ਼ਨ ਹੋਈ, ਕੋਲੀਜ਼ਨ ਦਰਮਿਆਨ ਜਿਹੜੀ ਇਲੈਕਟ੍ਰੋਨ ਦੀ ਕਾਈਨੈਟਿਕ એનર્ਜੀ ਸੀਗੀ, ਉਹ ਕਾਈਨੈਟਿਕ એનર્ਜੀ ਜਿਹੜੀ ਹੈ ਇੱਕਦਮ ਲਾਸ ਹੋ ਜਾਂਦੀ ਹੈ। ਇੱਕਦਮ ਉਹਨੇ ਜਿਹੜੀ ਟੱਕਰ ਤੋਂ ਬਾਅਦ ਆਪਣੀ ਕਾਈਨੈਟਿਕ એનર્ਜੀ ਲਾਸ ਕੀਤੀ ਰੈਜ਼ਿਸਟੈਂਸ ਕਰਕੇ। ਜਦੋਂ ਕਾਈਨੈਟਿਕ એનર્ਜੀ ਲਾਸ ਹੋਈ, ਉਹਨੇ ਆਪਣਾ ਜਿਹੜਾ ਹੈ ਫਾਰਮ ਚੇਂਜ ਕਰ ਲਿਆ, ਇਟ ਗੈਟ ਕਨਵਰਟਡ ਇਨਟੂ ਹੀਟ, ਤੇ ਉਹਦੇ ਨਾਲ ਜਿਹੜੀ ਤੁਹਾਡੀ ਤਾਰ ਹੈ, ਵਾਇਰ ਜਿਹੜੀ ਤੁਹਾਡੀ ਕੰਡਕਟਰ ਹੈ, ਉਹ ਜਿਹੜਾ ਹੈ ਹੀਟ ਅਪ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਦਾ ਮਤਲਬ ਰੈਜ਼ਿਸਟੈਂਸ ਕਰਕੇ ਹੀ ਜਿਹੜੀ ਸਾਡੀ ਵਾਇਰ ਹੈ ਉਹ ਵੀ ਗਰਮ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿੰਨੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ, ਓਨੀ ਅੰਦਰ ਕੋਲੀਜ਼ਨ, ਇਹਦਾ ਮਤਲਬ ਜ਼ਿਆਦਾ ਹੈ। ਜਿੰਨੀ ਕੋਲੀਜ਼ਨ ਜ਼ਿਆਦਾ ਹੋ ਰਹੀ ਹੈ, ਆਪੋਜੀਸ਼ਨ ਜ਼ਿਆਦਾ ਹੈ, ਓਨੀ ਕਾਈਨੈਟਿਕ એનર્ਜੀ ਜ਼ਿਆਦਾ ਲਾਸ ਹੋ ਰਹੀ ਹੈ। ਉਹ ਤੁਹਾਡੀ ਕਾਹਦੇ ਵਿੱਚ ਕਨਵਰਟ ਹੁੰਦੀ ਹੈ? ਇਨ ਦਾ ਫਾਰਮ ਆਫ ਹੀਟ, ਐਂਡ ਵਾਇਰ ਗੈਟ ਹੀਟਡ ਐਂਡ ਹੀਟਡ ਅਪ। ਉਹ ਓਨੀ ਜ਼ਿਆਦਾ ਤਾਰ ਜਿਹੜੀ ਤੁਹਾਡੀ ਉਹ ਗਰਮ ਹੁੰਦੀ ਜਾਂਦੀ ਹੈ। ਇਹਦਾ ਮਤਲਬ ਯਾਦ ਕਰ ਲਓ ਹੁਣ, ਤਾਰ ਦਾ ਗਰਮ ਹੋਣਾ, ਇਹਦੇ ਮਗਰ ਕੌਣ ਹੈ? ਰੈਜ਼ਿਸਟੈਂਸ। ਰੈਜ਼ਿਸਟੈਂਸ ਦਾ ਕਾਰਨ ਕੋਲੀਜ਼ਨ, ਜੋ ਇਲੈਕਟ੍ਰੋਨ ਅੰਦਰ ਕੋਲਾਈਡ ਕਰਦੇ ਆ। Now V is equal to RI। V ਦਾ ਜਿਹੜਾ ਯੂਨਿਟ ਹੈ SI ਸਾਨੂੰ ਪਤਾ ਹੈ ਵੋਲਟ। ਕਰੰਟ ਦਾ SI ਯੂਨਿਟ ਅਸੀਂ ਪੜ੍ਹ ਚੁੱਕੇ ਹਾਂ, ਸਾਨੂੰ ਪਤਾ ਹੈ ਐਂਪੀਅਰ। ਤੇ ਰੈਜ਼ਿਸਟੈਂਸ ਨੂੰ ਅਸੀਂ ਇਸ ਸਾਇੰਟਿਸਟ ਦੇ ਨੇਮ ਦੇ ਅਕੋਰਡਿੰਗ ਸਾਡੇ ਕੋਲ ਰੈਜ਼ਿਸਟੈਂਸ ਦਾ ਜਿਹੜਾ ਯੂਨਿਟ ਹੈ ਓਮ। ਦਿਸ ਇਜ਼ ਦਾ ਸਿੰਬਲ ਆਫ ਓਮ। ਓਮ ਜਿਹੜਾ ਹੈ unit SI unit of resistance। Now from the equation V is equal to IR, we can calculate R। ਇਹਦੇ ਵਿੱਚ ਅਸੀਂ R ਨਿਕਾਲ ਸਕਦੇ ਹਾਂ। Now what is the value of R? It will be equal to V over I। R ਦੀ ਜਿਹੜੀ ਵੈਲਿਊ ਹੈ ਸਾਡੇ ਕੋਲ, V ਨੂੰ I ਨਾਲ ਥੱਲੇ ਅਸੀਂ ਡਿਵਾਈਡ ਕਰਦਾ। ਜੇ ਇਹਦਾ ਯੂਨਿਟ ਅਸੀਂ ਭਰ ਦਿੰਨੇ ਆ 1 ਓਮ, ਇੱਥੇ ਆ ਗਿਆ ਸਾਡੇ ਕੋਲ 1 ਵੋਲਟ, ਨੀਚੇ ਆ ਗਿਆ 1 ਐਂਪੀਅਰ, ਐਂਪੀਅਰ ਨੂੰ ਅਸੀਂ ਉੱਪਰ ਲੈ, ਇਹਦਾ ਮਤਲਬ 1 ਓਮ ਕਿਹਦੇ ਇਕੁਅਲ ਹੈ? 1 ਵੋਲਟ ਪਰ ਐਂਪੀਅਰ। ਇਹਦੀ ਡੈਫੀਨੇਸ਼ਨ, resistance is said to be 1 ohm। resistance ਨੂੰ ਅਸੀਂ 1 ohm ਕਦੋਂ ਕਵਾਂਗੇ? resistance is said to be 1 ohm if 1 ampere current flow through the wire। ਜੇਕਰ ਵਾਇਰ ਵਿੱਚੋਂ 1 ampere current flow ਕਰੇ when
1 volt potential difference is applied across its end। 1 एम्पीयर करंट फ्लो कर गया, ਜਦੋਂ ਅਸੀਂ 1 ਵੋਲਟ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕੀਤਾ ਤੇ ਅਸੀਂ ਕਹਾਂਗੇ ਕਿ ਸਾਡੀ ਜਿਹੜੀ ਰੈਜ਼ਿਸਟੈਂਸ ਹੈ ਕੰਡਕਟਰ ਦੀ that will be equal to 1 ohm। ਉਹ ਸਾਡੀ ਰੈਜ਼ਿਸਟੈਂਸ ਜਿਹੜੀ ਹੈ 1 ohm ਹੋਏਗੀ। ਨਾਓ ਹਮੇਸ਼ਾ ਡੈਫੀਨੇਸ਼ਨ ਨੂੰ ਕਦੀ ਵੀ ਜਿਹੜਾ ਕਰੈਮ ਨਹੀਂ ਕਰਨਾ, ਫਾਰਮੂਲਾ ਲਿਖ ਕੇ ਉਸ ਤੋਂ ਬਾਅਦ ਉਹਦੇ ਸਾਰਿਆਂ ਦੇ ਯੂਨਿਟ ਪੁੱਟ ਕਰੋ। ਉਸ ਤੋਂ ਬਾਅਦ ਦੇਖੋ ਤੁਸੀਂ ਕਿਹਨੂੰ ਡਿਫਾਈਨ ਕਰ ਰਹੇ ਹੋ, ਰੈਜ਼ਿਸਟੈਂਸ ਨੂੰ। ਫਿਰ ਰੈਜ਼ਿਸਟੈਂਸ ਇਜ਼ ਸੈਟ ਟੂ ਬੀ, ਇਹ ਇੱਕ ਤਰੀਕਾ ਹੈ ਯੂਨਿਟ ਨੂੰ ਡਿਫਾਈਨ ਕਰਨ ਦਾ। ਜਿਹਦੀ ਵੀ ਗੱਲ ਕਰਨੀ ਹੈ ਉਹਦੇ ਅਕੋਰਡਿੰਗ, ਵਰਕ ਇਜ਼ ਸੈਟ ਟੂ ਬੀ 1 ਜੂਲ, ਪਾਵਰ ਇਜ਼ ਸੈਟ ਟੂ ਬੀ 1 ਵਾਟ। ਇੱਥੇ ਕੀ ਆ ਗਿਆ, ਰੈਜ਼ਿਸਟੈਂਸ ਇਜ਼ ਸੈਟ ਟੂ ਬੀ 1 ohm। ਫਿਰ ਦੇਖੋ ਇਧਰੋਂ ਉਹਦੇ ਅਕੋਰਡਿੰਗ ਕਿਸ ਤਰ੍ਹਾਂ ਆਏਗਾ, 1 ਐਂਪੀਅਰ ਕਰੰਟ ਫਲੋ ਕਰੇ ਜਦੋਂ 1 ਵੋਲਟ ਅਸੀਂ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਹਾਂ। ਨਾਓ ਹੁਣ ਅਸੀਂ ਓਮਸ ਲਾਅ ਨੂੰ ਜਿਹੜਾ ਹੈ ਡਰਾਈਵ ਕਰਨ ਲੱਗੇ ਹਾਂ। ਲਾਸਟ ਲੈਕਚਰ ਦੇ ਵਿੱਚ ਅਸੀਂ ਇਹ ਦੋ ਫਾਰਮੂਲੇ ਡਿਸਕਸ ਕੀਤੇ, ਅਸੀਂ ਇਹਨਾਂ ਨੂੰ ਪ੍ਰੂਵ ਵੀ ਕੀਤਾ ਕਿ ਡ੍ਰਿਫਟ ਵੈਲੋਸਿਟੀ ਇਜ਼ ਗਿਵਨ ਬਾਈ E over m multiplied by tau। tau is the average relaxation time, ਜਿੰਨਾ ਚਿਰ ਇਲੈਕਟ੍ਰੋਨ ਜਿਹੜਾ ਹੈ ਫ੍ਰੀ ਰਹਿੰਦਾ ਹੈ। ਪਹਿਲੀ ਕੋਲੀਜ਼ਨ ਇੱਥੇ ਹੋਈ, ਉਸ ਤੋਂ ਬਾਅਦ ਫਿਰ ਭੱਜਾ ਨੈਕਸਟ ਕੋਲੀਜ਼ਨ ਦਰਮਿਆਨ ਜਿੰਨਾ ਉਹਨੂੰ ਟਾਈਮ ਲੱਗਾ, ਉਹ ਹੁੰਦਾ ਰਿਲੈਕਸੇਸ਼ਨ। ਤੇ ਹਰ ਇੱਕ ਇਲੈਕਟ੍ਰੋਨ ਦਾ ਡਿਫਰੈਂਟ ਹੋਣ ਕਰਕੇ ਸਭ ਦੀ ਜਿਹੜੀ ਹੈ ਐਵਰੇਜ ਨਿਕਾਲਦੇ ਹਾਂ। ਇੱਕ ਫਾਰਮੂਲਾ ਅਸੀਂ ਪ੍ਰੂਵ ਕੀਤਾ ਸੀ ਕਿ ਕਰੰਟ ਤੇ ਡ੍ਰਿਫਟ ਵੈਲੋਸਿਟੀ ਵਿੱਚ NAE ਸਾਡੇ ਕੋਲ ਆਇਆ ਸੀ VD। ਇੱਥੇ ਧਿਆਨ ਰੱਖਣਾ ਹੈ ਕਿ n ਨੰਬਰ ਆਫ ਇਲੈਕਟ੍ਰੋਨ ਪਰ ਯੂਨਿਟ ਵੋਲਿਊਮ, ਇਟ ਇਜ਼ ਆਲਸੋ ਕਾਲਡ the electron density। ਨਾਓ ਇਹਨਾਂ ਦੋਨਾਂ ਫਾਰਮੂਲੇਜ਼ ਨੂੰ ਅਸੀਂ ਜਿਹੜਾ ਯੂਜ਼ ਕਰਕੇ ਜਿਹੜਾ ਹੈ ਓਮਸ ਲਾਅ ਨੂੰ ਅਸੀਂ ਡਰਾਈਵ ਕਰਾਂਗੇ। we know that, ਸਭ ਨਾਲ ਪਹਿਲਾਂ ਅਸੀਂ ਲਿਖਾਂਗੇ ਕਿ we know that, ਸਾਨੂੰ ਕੀ ਪਤਾ ਹੈ, ਕਿਉਂਕਿ ਅਸੀਂ ਇਹ ਫਾਰਮੂਲਾ ਆਲਰੇਡੀ ਜਿਹੜਾ ਹੈ ਡਰਾਈਵ ਕਰ ਚੁੱਕੇ ਹਾਂ। ਸਾਨੂੰ ਕੀ ਪਤਾ ਹੈ ਕਿ ਡ੍ਰਿਫਟ ਵੈਲੋਸਿਟੀ ਇਜ਼ ਗਿਵਨ ਬਾਈ E over m multiplied by tau। now what is capital E? it is the electric field। ਜੇ electric field ਨਾ ਹੋਇਆ ਤੇ ਇਲੈਕਟ੍ਰੋਨ ਜਿਹੜਾ ਹੈ ਡ੍ਰਿਫਟ ਨਹੀਂ ਹੋ ਸਕਦਾ। now E equal to, ਇਹ ਕੱਲ ਵੀ ਅਸੀਂ ਡਿਸਕਸ ਕੀਤਾ ਕਿ V over L। V ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕੀਤਾ, ਇਸ ਤਰ੍ਹਾਂ ਡਾਇਗਰਾਮ ਸੀ ਬੇਟਾ। ਇਹਦੇ ਵਿੱਚ ਲੈਂਥ ਕਿੰਨੀ ਸੀ ਕੰਡਕਟਰ ਦੀ, ਸਾਡੇ ਕੋਲ L ਪੋਟੈਂਸ਼ੀਅਲ ਡਿਫਰੈਂਸ ਕਿੰਨਾ ਅਪਲਾਈ ਕੀਤਾ ਸੀ, V ਪੋਜ਼ਿਟਿਵ, ਆ ਵੱਡੀ ਲਾਈਨ ਪੋਜ਼ਿਟਿਵ ਦੀ, ਛੋਟੀ ਲਾਈਨ ਨੈਗੇਟਿਵ। ਅਸੀਂ ਇਹ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਤਾ। ਇਸ ਪੋਟੈਂਸ਼ੀਅਲ ਡਿਫਰੈਂਸ ਕਰਕੇ ਇਲੈਕਟ੍ਰਿਕ ਫੀਲਡ ਫਾਰਮੂਲਾ ਹਾਂਜੀ ਪੈਦਾ ਹੋ ਗਿਆ। ਇਹ ਫਾਰਮੂਲਾ ਜਿਹੜਾ ਤੁਹਾਨੂੰ ਪਤਾ ਹੈ E dV/dr, ਉੱਥੋਂ ਇਹ ਫਾਰਮੂਲਾ ਬਣਾ ਲਿਆ ਪੋਟੈਂਸ਼ੀਅਲ ਗ੍ਰੇਡੀਅੰਟ ਤੋਂ। ਨਾਓ ਇਲੈਕਟ੍ਰਿਕ ਫੀਲਡ ਇਜ਼ ਗਿਵਨ ਬਾਈ, ਸਾਡੇ ਕੋਲ ਇਲੈਕਟ੍ਰਿਕ ਫੀਲਡ ਦਾ ਕੀ ਫਾਰਮੂਲਾ ਹੈ, ਪੋਟੈਂਸ਼ੀਅਲ ਡਿਵਾਈਡਡ ਬਾਈ ਲੈਂਥ। ਇੱਥੇ ਅਸੀਂ ਪੁੱਟ ਕਰ ਦਾਂਗੇ, therefore VD will be equal to E over m, ਤੇ ਸਾਡੇ ਕੋਲ ਆ ਗਿਆ V divided by L। ਇਹ ਸਾਡੇ ਕੋਲ ਵੈਲਿਊ E ਦੀ ਆ ਗਈ ਤੇ ਨਾਲ ਆ ਗਿਆ ਸਾਡੇ ਕੋਲ tau। this is the value of drift velocity in term of, ਅਸੀਂ drift velocity ਨੂੰ ਅਸੀਂ potential ਦੇ ਵਿੱਚ ਜਿਹੜਾ ਹੈ ਅਸੀਂ ਨਿਕਾਲ ਲਿਆ। now ਸੈਕੰਡ ਫਾਰਮੂਲਾ ਜਿਹੜਾ ਸਾਨੂੰ ਪਤਾ ਹੈ ਕਿ I is equal to NAEVD। ਇਹਦੇ ਵਿੱਚ ਅਸੀਂ ਵੈਲਿਊ VD ਦੀ ਇੱਥੇ ਪੁੱਟ ਕਰ ਦਾਂਗੇ। ਆ ਜਿਹੜੀ ਵੈਲਿਊ ਹੈ ਇਕੁਏਸ਼ਨ ਨੰਬਰ 1 ਬੋਲੋ। ਇਸ ਇਕੁਏਸ਼ਨ ਨੂੰ ਸੈਕੰਡ ਜਿਹੜਾ ਸਾਡਾ ਫਾਰਮੂਲਾ ਹੈ ਉਹਦੇ ਵਿੱਚ ਅਸੀਂ ਇਹਨੂੰ ਪੁੱਟ ਕਰਨ ਲੱਗੇ ਆ VD ਦੀ ਵੈਲਿਊ। ਨਾਓ ਵੀ ਗੈਟ NAEVD ਦੀ ਜਗ੍ਹਾ ਤੇ ਸਾਡੇ ਕੋਲ ਜਿਹੜਾ ਹੈ ਅਸੀਂ ਸਕੁਅਰ ਬ੍ਰੈਕਟ ਪਾ ਲਿਆ E divided by m, ਅੱਗੇ ਆ ਗਿਆ V over L, ਨਾਲ ਆ ਗਿਆ ਸਾਡੇ ਕੋਲ tau। this is the formula for current। ਇਹਨੂੰ ਮੈਂ ਨਾਲ ਰੱਬ ਕਰ ਦਿੱਤਾ। ਪਹਿਲੀ ਗੱਲ ਅਸੀਂ ਫਾਰਮੂਲਾ ਡਰਾਈਵ ਕਿਹੜਾ ਕਰਨਾ ਹੈ, V is equal to IR। ਅਸੀਂ ਆਹ ਫਾਰਮੂਲਾ ਡਰਾਈਵ ਕਰਨਾ। ਇਹਦੇ ਵਿੱਚ I ਵੀ ਚਾਹੀਦਾ ਹੈ ਤੇ V ਵੀ ਚਾਹੀਦਾ ਹੈ। ਸਭ ਤੋਂ ਪਹਿਲਾਂ ਮੈਂ E ਨੂੰ V ਦੇ ਵਿੱਚ ਕਨਵਰਟ ਕੀਤਾ।
E ਨੂੰ ਅਸੀਂ V ਦੇ ਵਿੱਚ ਕਨਵਰਟ ਕਿਉਂ ਕੀਤਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿਉਂਕਿ ਇਹ ਫਾਰਮੂਲਾ ਡਰਾਈਵ ਕਰਨਾ ਹੈ। ਉਸ ਤੋਂ ਬਾਅਦ ਅਸੀਂ VD ਦੀ ਵੈਲਿਊ ਇਹਦੇ ਵਿੱਚ ਕਿਉਂ ਪੁੱਟ ਕੀਤੀ I ਦੇ ਵਿੱਚ, ਕਿਉਂਕਿ ਸਾਨੂੰ IV ਚਾਹੀਦਾ ਹੈ, ਇਸ ਕਰਕੇ I ਵੀ ਆ ਗਿਆ ਤੇ V ਵੀ ਆ ਗਿਆ। ਹੁਣ ਅਸੀਂ ਜਿਹੜਾ ਓਮਸ ਲਾਅ ਨੂੰ ਡਰਾਈਵ ਕਰ ਸਕਦੇ ਹਾਂ। ਬੇਟਾ ਪਹਿਲਾਂ ਆਪਣੇ ਮਾਈਂਡ ਵਿੱਚ ਕਨਸੈਪਟ ਲੈ ਕੇ ਆਓ ਕਿ ਡਰਾਈਵ ਕੀ ਕਰਨਾ ਹੈ। ਅਸੀਂ ਫਾਰਮੂਲਾ ਇਹ ਡਰਾਈਵ ਕਰਨਾ ਹੈ, ਸਾਨੂੰ V ਵੀ ਚਾਹੀਦਾ ਹੈ ਤੇ E ਵੀ ਚਾਹੀਦਾ ਹੈ, ਤਦੇ ਮੈਂ E ਨੂੰ ਪਹਿਲਾਂ V ਦੇ ਵਿੱਚ ਇੱਥੇ ਕਨਵਰਟ ਕੀਤਾ। ਫਿਰ ਉਹ ਵੈਲਿਊ ਮੈਂ ਇਹਦੇ ਵਿੱਚ ਕਿਉਂ ਪੁੱਟ ਕਰ ਦਿੱਤੀ, ਕਿਉਂਕਿ ਸਾਨੂੰ I ਵੀ ਚਾਹੀਦਾ ਨਾਲ। ਨਾਓ I will be equal to N ਦਾ N, ਏਰੀਆ ਦਾ ਏਰੀਆ, E into E ਸਾਡੇ ਕੋਲ ਆ ਗਿਆ E ਸਕੁਅਰ, ਨਾਲ ਆ ਗਿਆ ਸਾਡੇ ਕੋਲ ਡਿਵਾਈਡਡ ਬਾਏ ਸਾਡੇ ਕੋਲ M ਵੀ ਆ ਗਿਆ, ਤੇ ਸਾਡੇ ਕੋਲ ਜਿਹੜਾ ਹੈ ਨੀਚੇ L ਵੀ ਹੈ, ਤੇ ਨਾਲ ਸਾਡੇ ਕੋਲ ਟੌ, ਤੇ ਬਾਕੀ ਸਾਡੇ ਕੋਲ ਰਹਿ ਗਿਆ ਇਧਰੋਂ ਕੈਪੀਟਲ B। ਮਲਟੀਪਲਾਈ ਕਰਤਾ, N ਇੱਕ ਹੀ ਹੈ, ਏਰੀਆ ਵੀ ਆ ਗਿਆ E into E, E ਸਕੁਅਰ, V ਨਾਲ ਉੱਪਰ ਟੌ, ਥੱਲੇ ਆ ਗਿਆ ਸਾਡੇ ਕੋਲ ML। ਪਰ ਓਮਸ ਲਾਅ ਵਿੱਚ ਲੈਫਟ ਸਾਈਡ ਤੇ V ਚਾਹੀਦਾ ਹੈ। ਅਸੀਂ ਕੀ ਕਰਾਂਗੇ, V ਦੀ ਜਿਹੜੀ ਹੈ ਵੈਲਿਊ ਨਿਕਾਲਾਂਗੇ। ਨਾਓ V ਕਿਹਦੇ ਕੋਲ ਆਏਗਾ, ਇਹਨੂੰ ਇੱਥੇ ਪਿਆ ਰਹਿਣ ਦਿਓ, ਇਹਨੂੰ ਇਹਦੇ ਉੱਪਰ ਲੈ ਜਾਓ, ਤੇ ਆ ਸਾਰੀ ਟਰਮ ਉਹਦੇ ਜਿਹੜੀ ਹੈ ਨੀਚੇ ਲੈ ਕੇ ਚੱਲੇ ਆ। ਨਾਓ V ਵਿਲ ਬੀ ਇਕੁਅਲ ਟੂ, ਉੱਪਰ ਆ ਗਿਆ ਸਾਡੇ ਕੋਲ ML ਡਿਵਾਈਡਡ ਬਾਏ ML, ਉੱਪਰ ਆ ਗਿਆ I ਲਗਾਵਾਂਗੇ ਹਲੇ, ਨੀਚੇ ਸਾਡੇ ਕੋਲ ਕੀ ਆ ਗਿਆ NA E ਸਕੁਅਰ, ਤੇ ਨਾਲ ਆ ਗਿਆ ਟੌ, ਇਹਨੂੰ ਅਸੀਂ ਇੱਕ ਬ੍ਰੈਕਟ ਚ ਪਾ ਲਿਆ, ਤੇ ਨਾਲ ਜਿਹੜਾ ਹੈ ਸਾਡੇ ਕੋਲ ਬਾਹਰ ਸਾਡੇ ਕੋਲ ਆ ਗਿਆ I। V ਦੀ ਵੈਲਿਊ ਅਸੀਂ ਨਿਕਾਲ ਲਈ, ਦੇਖੋ ਬਿਲਕੁਲ ਉਹਦੇ ਵਰਗਾ ਬਣਦਾ ਪਿਆ। ਨਾਓ ਇੱਥੇ R ਕਾਂਸਟੈਂਟ ਸੀ। ਨਾਓ ਇੱਥੇ ਚੈੱਕ ਕਰੀਏ, ਮਾਸ ਆਫ ਇਲੈਕਟ੍ਰੋਨ ਇਟ ਇਜ਼ ਅ ਕਾਂਸਟੈਂਟ, ਲੈਂਥ ਕੰਡਕਟਰ ਦੀ ਜਿੰਨੀ ਲਈ ਹੈ ਹਾਲੇ ਉਹ ਫਿਕਸ ਹੈ, ਨੰਬਰ ਡੈਂਸਿਟੀ ਫॉर ਅ ਗਿਵਨ ਕੰਡਕਟਰ, ਜਿਹੜਾ ਵੀ ਕੰਡਕਟਰ ਹੈ ਕਾਪਰ ਜੇ ਲੈਨੇ ਆ ਕਾਪਰ ਦੀ ਨੰਬਰ ਡੈਂਸਿਟੀ ਜਿਹੜੀ ਹੈ ਫਿਕਸ ਰਹੇਗੀ। ਏਰੀਆ ਆਫ ਕ੍ਰੋਸ ਸੈਕਸ਼ਨ ਅਸੀਂ ਯੂਨੀਫਾਰਮ ਲਿਆ, ਸਭ ਪਾਸੇ ਉਹਦੀ ਜਿਹੜੀ ਥਿਕਨੈਸ ਹੈ ਸੇਮ ਹੈ, ਚਾਰਜ ਔਨ ਇਲੈਕਟ੍ਰੋਨ ਸੇਮ, ਐਂਡ ਇਟ ਇਜ਼ ਐਵਰੇਜ, ਜਿਹੜੀ ਐਵਰੇਜ ਵੈਲਿਊ ਹੁੰਦੀ ਹੈ ਉਹਨੂੰ ਅਸੀਂ ਕਾਂਸਟੈਂਟ ਮੰਨਦੇ ਹਾਂ। ਇਹਦਾ ਮਤਲਬ ਹੈ ਸਾਰੀ ਟਰਮ ਜਿਹੜੀ ਹੈ ਬ੍ਰੈਕਟ ਦੇ ਅੰਦਰ ਇਟ ਇਜ਼ ਅ ਕਾਂਸਟੈਂਟ, and that constant you can write it as, ਇਹਨੂੰ ਅਸੀਂ R ਪੁੱਟ ਕਰ ਦਾਂਗੇ, ਤੇ ਅੱਗੇ ਆ ਗਿਆ I, and we get the Ohm's law, and this is the value of R। ਇਹ ਸਾਡੀ ਜਿਹੜੀ ਹੈ R ਦੀ ਜਿਹੜੀ ਵੈਲਿਊ ਆ ਗਈ, R will be equal to ML divided by N, ਅੱਗੇ ਆ ਜਾਏਗਾ A E ਸਕੁਅਰ ਟੌ। ਇੱਕ ਤਾਂ ਸਾਡੇ ਕੋਲ ਓਮਸ ਲਾਅ ਡਰਾਈਵ ਹੋ ਗਿਆ, ਤੇ ਇੱਕ ਸਾਨੂੰ ਜਿਹੜੀ ਹੈ ਰੈਜ਼ਿਸਟੈਂਸ ਆਫ ਦੀ ਕੰਡਕਟਰ ਦੀ ਜਿਹੜੀ ਹੈ ਉਹਦੀ ਵੈਲਿਊ ਜਿਹੜੀ ਹੈ ਸਾਨੂੰ ਉਹ ਮਿਲ ਗਈ। ਨਾਓ ਇੱਥੋਂ ਤੱਕ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਡਾਊਟ ਨਹੀਂ ਹੋਏਗਾ। ਜਸਟ ਓਮਸ ਲਾਅ ਵੀ ਤੁਹਾਨੂੰ ਕਲੀਅਰ ਹੈ, ਤੇ ਉਹਨੂੰ ਡਰਾਈਵ ਕਿੱਥੋਂ ਕੀਤਾ ਹੈ, ਡ੍ਰਿਫਟ ਵੈਲੋਸਿਟੀ ਤੋਂ। ਬਸ ਇੰਨਾ ਹੀ ਯਾਦ ਰੱਖਣਾ ਹੈ ਕਿ V ਚਾਹੀਦਾ ਹੈ ਤੇ E ਨੂੰ V ਚ ਬਦਲੋ, I ਚਾਹੀਦਾ ਹੈ ਤੇ ਉਹ ਡ੍ਰਿਫਟ ਵੈਲੋਸਿਟੀ ਦੀ ਵੈਲਿਊ I ਵਾਲੇ ਫਾਰਮੂਲੇ ਦੇ ਵਿੱਚ ਜਿਹੜੀ ਅਸੀਂ ਉਹਨੂੰ ਪੁੱਟ ਕਰ ਦਿੰਦੇ ਹਾਂ। ਨਾਓ ਇਸ ਤੋਂ ਬਾਅਦ ਅਸੀਂ ਜਿਹੜਾ ਹੈ ਹੁਣ ਰੈਜ਼ਿਸਟੈਂਸ ਬਾਰੇ ਜਿਹੜਾ ਹੈ ਫਰਦਰ ਜਿਹੜਾ ਇਹਨੂੰ ਅਸੀਂ ਡਿਸਕਸ ਕਰਦੇ ਹਾਂ ਕਿ R ਕਿਸ ਚੀਜ਼ ਦੇ ਉੱਪਰ ਜਿਹੜਾ ਹੈ ਉਹ ਡਿਪੈਂਡ ਕਰਦਾ ਹੈ। ਨਾਓ R is the resistance is equal to ML divided by NA, ਅੱਗੇ ਆ ਗਿਆ E ਸਕੁਅਰ ਟੌ। ਜੇਕਰ ਅਸੀਂ ਕੰਡਕਟਰ ਜਿਹੜਾ ਵੀ ਲੈਣਾ ਉਹਨੂੰ ਅਸੀਂ ਫਿਕਸ ਰੱਖਦੇ ਹਾਂ, ਮੰਨ ਲਓ ਜਿਸ ਮਟੀਰੀਅਲ ਦਾ ਕੰਡਕਟਰ ਲੈਣਾ ਉਹਨੂੰ ਚੂਜ਼ ਕਰ ਲਓ। ਮੰਨ ਲਓ ਸਾਡੇ ਕੋਲ ਇੱਕ ਕੰਡਕਟਰ ਹੈ ਕਾਪਰ ਦਾ, ਉਹਦੀ ਨੰਬਰ ਡੈਂਸਿਟੀ ਫਿਕਸ ਰਹੇਗੀ, ਉਹ ਤੇ ਚੇਂਜ ਨਹੀਂ ਹੋ ਸਕਦੀ। ਮਾਸ ਆਫ ਇਲੈਕਟ੍ਰੋਨ ਉਹ ਵੀ ਫਿਕਸ ਰਹੇਗਾ, ਚਾਰਜ ਔਨ ਇਲੈਕਟ੍ਰੋਨ ਇਹ ਤੇ ਹਮੇਸ਼ਾ ਹੀ ਫਿਕਸ ਰਹਿਣੇ ਆ। ਅੱਗੇ ਆ ਗਿਆ ਟੌ, ਰਿਲੈਕਸੇਸ਼ਨ ਟਾਈਮ। ਰਿਲੈਕਸੇਸ਼ਨ ਟਾਈਮ ਜਿਹੜਾ ਹੈ ਇਹ ਟੈਂਪਰੇਚਰ ਦੇ ਉੱਪਰ ਡਿਪੈਂਡ ਕਰ ਜਾਂਦਾ ਹੈ। ਹਾਂਜੀ ਬੇਟਾ ਧਿਆਨ ਨਾਲ ਸੁਣਨਾ,
ਜੇਕਰ ਕੰਡਕਟਰ ਦਾ ਅਸੀਂ ਟੈਂਪਰੇਚਰ ਵਧਾ ਦਈਏ, ਟੈਂਪਰੇਚਰ ਵਧਣ ਦੇ ਨਾਲ ਕੰਡਕਟਰ ਜਿਹੜੇ ਨੇ ਅੰਦਰ ਜਿਹੜੇ ਇਲੈਕਟ੍ਰੋਨ ਨੇ ਦੇ ਵਿਲ ਮੂਵ ਨਾਓ ਰੈਂਡਮਲੀ, ਉਹਨਾਂ ਵਿੱਚ ਰੈਂਡਮਨੈਸ ਵਧੇਗੀ ਕਿਉਂਕਿ ਇੱਕ ਤੇ ਡ੍ਰਿਫਟ ਵੈਲੋਸਿਟੀ ਹੈਗੀ ਹੈ, ਉਤੋਂ ਅਸੀਂ ਇਹਨੂੰ ਗਰਮ ਕਰ ਦਿੱਤਾ ਤੇ ਇੱਕ ਥਰਮਲ ਵੈਲੋਸਿਟੀ ਦੀ ਵੈਲਿਊ ਵੀ ਇਲੈਕਟ੍ਰੋਨ ਦੀ ਜਿਹੜੀ ਆ ਵਧਣੀ ਸ਼ੁਰੂ ਹੋ ਜਾਏਗੀ ਕਿਉਂਕਿ ਟੈਂਪਰੇਚਰ ਸਾਰੇ ਪਾਸੇ ਹਰ ਪੂਰੀ ਬਲਕ ਪ੍ਰੋਪਰਟੀ ਹੈ, ਹਰ ਪਾਸੇ ਟੈਂਪਰੇਚਰ ਵਧਣ ਦੇ ਨਾਲ ਇਲੈਕਟ੍ਰੋਨ ਇੱਕ ਐਡੀਸ਼ਨਲ ਵੈਲੋਸਿਟੀ ਦੁਬਾਰਾ ਗੇਨ ਕਰੇਗਾ, ਥਰਮਲ ਵੈਲੋਸਿਟੀ ਵਧੇਗੀ, ਅੰਦਰ ਰੈਂਡਮਨੈਸ ਵਧੇਗੀ। ਜਦੋਂ ਰੈਂਡਮਨੈਸ ਵਧੀ ਤੇ ਅੰਦਰ ਕੋਲੀਜ਼ਨ ਵੀ ਜਿਹੜੀਆਂ ਨੇ ਸਾਡੀਆਂ ਉਹ ਜ਼ਿਆਦਾ ਹੋ ਜਾਣਗੀਆਂ। ਫਿਰ ਦੁਬਾਰਾ ਸੁਣੋ, ਟੈਂਪਰੇਚਰ ਵਧਾ ਦਿੱਤਾ, ਮੰਨ ਲਓ ਟੈਂਪਰੇਚਰ ਵਧਣ ਦੇ ਨਾਲ ਅੰਦਰ ਜਿਹੜੀ ਹੈ ਇਲੈਕਟ੍ਰੋਨ ਦੀ ਮੋਸ਼ਨ ਦੀ ਰੈਂਡਮਨੈਸ ਜ਼ਿਆਦਾ ਹੋਏਗੀ, ਰੈਂਡਮਨੈਸ ਜ਼ਿਆਦਾ ਹੋਣ ਕਰਕੇ ਨੰਬਰ ਆਫ ਕੋਲੀਜ਼ਨਸ ਵਿਦ ਆਇਨਸ ਜਿਹੜੀ ਹੈ ਉਹ ਜ਼ਿਆਦਾ ਹੋ ਜਾਏਗੀ। ਜਦੋਂ ਕੋਲੀਜ਼ਨ ਜ਼ਿਆਦਾ ਹੋ ਗਈ ਤੇ ਇਲੈਕਟ੍ਰੋਨ ਹੈ ਜਿਹੜਾ ਬਾਰ-ਬਾਰ ਫ੍ਰੀਕੁਐਂਟਲੀ ਲਗਾਤਾਰ ਜਿਹੜਾ ਕੋਲਾਈਡ ਹੋ ਰਿਹਾ, ਜਦੋਂ ਇਲੈਕਟ੍ਰੋਨ ਕੋਲਾਈਡ ਕਰੇਗਾ ਤੇ ਅੰਡਰਸਟੂਡ ਹੈ ਉਹਦਾ ਰਿਲੈਕਸੇਸ਼ਨ ਟਾਈਮ ਜਿਹੜਾ ਉਹ ਘਟੇਗਾ ਕਿਉਂਕਿ ਰਿਲੈਕਸੇਸ਼ਨ ਟਾਈਮ ਹੈ ਟਾਈਮ ਬਿਟਵੀਨ ਟੂ ਸਕਸੈਸਿਵ ਕੋਲੀਜ਼ਨ, ਪਰ ਹੁਣ ਕੋਲੀਜ਼ਨ ਜ਼ਿਆਦਾ ਹੋ ਰਹੀਆਂ ਨੇ ਤੇ ਜਦੋਂ ਕੋਲੀਜ਼ਨ ਬਾਰ-ਬਾਰ ਹੋਣ ਲੱਗ ਪਈਆਂ ਤੇ ਇਹਦਾ ਮਤਲਬ ਹੈ ਕਿ ਕੋਲੀਜ਼ਨ ਵਾਲਾ ਟਾਈਮ ਜਿਹਨੂੰ ਰਿਲੈਕਸੇਸ਼ਨ ਟਾਈਮ ਬੋਲਦੇ ਆ ਉਹਦੀ ਵੈਲਿਊ ਜਿਹੜੀ ਹੈ ਉਹ ਘਟੇਗੀ। ਇਹਦਾ ਮਤਲਬ ਰਿਲੈਕਸੇਸ਼ਨ ਟਾਈਮ ਡਿਕਰੀਜ਼ ਹੋ ਜਾਏਗਾ ਤੇ ਜੇ ਟੌ ਘਟ ਗਿਆ ਤੇ ਸਾਡੇ ਜਿਹੜਾ ਕੰਡਕਟਰ ਹੈ ਉਹਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਵਧਣੀ ਸ਼ੁਰੂ ਹੋ ਜਾਏਗੀ। ਇਹਦਾ ਮਤਲਬ ਰੈਜ਼ਿਸਟੈਂਸ ਜਿਹੜਾ ਹੈ ਉਹ ਟੈਂਪਰੇਚਰ ਦੇ ਅਕੋਰਡਿੰਗ ਵੇਰੀ ਕਰ ਸਕਦਾ ਹੈ। ਇਹ ਆਪਣੇ ਮਾਈਂਡ 'ਚ ਰੱਖਣਾ ਹੈ ਕਿ ਟੈਂਪਰੇਚਰ ਦਾ ਰੈਜ਼ਿਸਟੈਂਸ ਦੇ ਉੱਪਰ ਅਸਰ ਹੈ। ਮੈਂ ਸਿਰਫ ਤੇ ਸਿਰਫ ਕੰਡਕਟਰ ਬਾਰੇ ਗੱਲ ਕਰ ਰਿਹਾ, not for insulator and semiconductor, only I am talking about conductor. Question is, what will happen if the temperature increases of the conductor? Temperature increase, number of collision increase, ਜਿਹੜੇ ਆਇਨਸ ਨੇ ਜਿਹੜੇ ਦੇ ਸਟਾਰਟ ਵਾਈਬ੍ਰੇਟ ਵਿਦ ਗ੍ਰੇਟਰ ਐਂਪਲੀਟਿਊਡ, ਉਹ ਵੀ ਜ਼ਿਆਦਾ ਐਂਪਲੀਟਿਊਡ ਨਾਲ ਵਾਈਬ੍ਰੇਟ ਕਰਨਗੇ, ਉਹਦੇ ਨਾਲ ਕੋਲੀਜ਼ਨ ਜ਼ਿਆਦਾ ਹੋ ਜਾਏਗੀ, ਕੋਲੀਜ਼ਨ ਜ਼ਿਆਦਾ ਹੋਣ ਕਰਕੇ ਰਿਲੈਕਸੇਸ਼ਨ ਟਾਈਮ ਜਿਹੜਾ ਹੈ ਉਹ ਘਟ ਜਾਏਗਾ ਤੇ ਇਸ ਫਾਰਮੂਲੇ ਦੇ ਅਕੋਰਡਿੰਗ ਇਨਵਰਸਲੀ ਹੈ, ਜੇ ਰਿਲੈਕਸੇਸ਼ਨ ਟਾਈਮ ਘਟੇਗਾ ਤੇ ਤੁਹਾਡੀ ਜਿਹੜੀ ਹੈ ਕੰਡਕਟਰ ਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਇਨਕਰੀਜ਼ ਹੋ ਜਾਏਗੀ। ਨਾਓ ਦੈਟਸ ਵਾਈ ਅਸੀਂ ਕਹਿ ਰਹੇ ਸੀ ਕਿ ਟੈਂਪਰੇਚਰ ਰਿਮੇਨ ਸੇਮ। ਓਮਸ ਲਾਅ ਦੇ ਵਿੱਚ ਮੈਂ ਸਟਾਰਟਿੰਗ ਤੇ ਗੱਲ ਕੀਤੀ ਸੀ ਕਿ ਕਰੰਟ ਤਾਂ ਹੀ ਪੋਟੈਂਸ਼ੀਅਲ ਦੇ ਡਾਇਰੈਕਟ ਹੀ ਰਹੇਗਾ ਪੂਰਾ ਜਿੰਨਾ ਚਿਰ ਤੱਕ ਟੈਂਪਰੇਚਰ ਸੇਮ ਰਹੇਗਾ। ਜੇ ਕਿਉਂ? ਕਿਉਂਕਿ ਟੈਂਪਰੇਚਰ ਚੇਂਜ ਹੋਇਆ ਨਹੀਂ ਤੇ ਰੈਜ਼ਿਸਟੈਂਸ ਚੇਂਜ ਹੋ ਗਈ ਤੇ ਜੇ ਰੈਜ਼ਿਸਟੈਂਸ ਚੇਂਜ ਹੋ ਗਈ ਤੇ ਕਰੰਟ ਨੂੰ ਫਲੋ ਹੋਣ ਦੇ ਵਿੱਚ ਜਿਹੜੀ ਹੈ ਮੁਸ਼ਕਲ ਆਏਗੀ। ਨਾਓ ਇਸ ਫਾਰਮੂਲੇ ਤੋਂ ਸਾਨੂੰ ਹੋਰ ਕੀ ਕਲੀਅਰ ਹੋਇਆ ਕਿ R ਜਿਹੜਾ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਲੈਂਥ, ਰੈਜ਼ਿਸਟੈਂਸ ਜਿਹੜਾ ਹੈ ਲੈਂਥ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਇਹਦਾ ਮਤਲਬ ਜਿੰਨੀ ਕੰਡਕਟਰ ਦੀ ਲੈਂਥ ਜ਼ਿਆਦਾ ਕਰਦੇ ਜਾਓਗੇ, ਵਾਇਰ ਲੰਬੀ ਵਰਤੋਗੇ, ਜ਼ਿਆਦਾ ਲੈਂਥ ਵਾਲਾ ਕੰਡਕਟਰ ਯੂਜ਼ ਕਰੋਗੇ, ਉਹਦੀ ਰੈਜ਼ਿਸਟੈਂਸ ਵੀ ਜਿਹੜੀ ਹੈ ਨਾਲ ਦੇ ਨਾਲ ਇਨਕਰੀਜ਼ ਹੁੰਦੀ ਜਾਏਗੀ। ਗ੍ਰੇਟਰ ਦਾ ਲੈਂਥ ਗ੍ਰੇਟਰ ਵਿਲ ਬੀ ਦਾ ਰੈਜ਼ਿਸਟੈਂਸ। ਜੇ ਮੇਰੇ ਕੋਲ ਇੱਕ ਕਾਪਰ ਦੀ ਵਾਇਰ ਹੈ ਮੰਨ ਲਓ 10 ਸੈਂਟੀਮੀਟਰ, ਇੱਕ ਕਾਪਰ ਦੀ ਵਾਇਰ ਹੈ ਮੇਰੇ ਕੋਲ 20 ਸੈਂਟੀਮੀਟਰ, ਬਾਕੀ ਸਭ ਕੁਝ ਸੇਮ ਹੈ, ਏਰੀਆ ਵੀ ਸੇਮ ਹੈ, ਮਟੀਰੀਅਲ ਵੀ ਸੇਮ ਹੈ, ਟੈਂਪਰੇਚਰ ਵੀ ਸੇਮ ਹੈ, ਇਹਨਾਂ ਦੋਨਾਂ ਵਾਇਰ ਵਿੱਚੋਂ ਕਿਸ ਵਾਇਰ ਦੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ? ਇਹਨਾਂ ਦੋਨਾਂ ਦੇ ਵਿੱਚੋਂ 20 ਸੈਂਟੀਮੀਟਰ ਵਾਲੇ ਦੀ ਰੈਜ਼ਿਸਟੈਂਸ ਜ਼ਿਆਦਾ ਹੋਏਗੀ। ਕਾਰਨ ਕਿਉਂਕਿ ਰੈਜ਼ਿਸਟੈਂਸ ਜਿਹੜਾ ਹੈ ਲੈਂਥ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ। ਹਾਓ ਇਹ ਕਿਉਂ ਹੈ? ਆਓ ਇਹਦੇ ਬਾਰੇ ਅਸੀਂ ਡਿਸਕਸ ਕਰਦੇ ਹਾਂ। ਮੰਨ ਲਓ ਸਾਡੇ ਕੋਲ ਇੱਕ ਕੰਡਕਟਰ ਹੈ, ਸਪੋਜ਼ ਦਿਸ ਇਜ਼ ਅ ਕੰਡਕਟਰ। ਇਸ ਕੰਡਕਟਰ ਦੀ ਜਿਹੜੀ ਲੈਂਥ ਹੈ ਮੰਨ ਲਓ ਕਿ L ਹੈ, ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਮੰਨ ਲਓ I। ਕੰਡਕਟਰ ਦੀ ਲੈਂਥ L, ਇਹਦੇ ਵਿੱਚੋਂ ਕਰੰਟ ਫਲੋ ਕਰ ਰਿਹਾ ਮੰਨ ਲਓ ਵੀ ਸਾਡੇ ਕੋਲ I। ਅਸੀਂ ਕੀ ਕੀਤਾ? ਇਸ ਕੰਡਕਟਰ ਦੀ ਜਿਹੜੀ ਹੈ ਲੈਂਥ ਵਧਾ ਦਿੱਤੀ, ਇੱਕ ਨਵਾਂ ਕੰਡਕਟਰ ਨਾਲ ਇੱਥੇ ਜੋੜ ਦਿੱਤਾ।
सेम लेंथ वाला कंडक्टर मान लो ना लगाता, और कुछ चेंज नहीं किया, लेंथ मैं डबल कर दी है 2L, बाकी मटीरियल नहीं चेंज किया, आ भी कॉपर है ते आ भी कॉपर है। एरिया ऑफ क्रॉस सेक्शन भी मैं चेंज नहीं किया, जिन्ना एरिया है सारे एरिया हर जगह तो सेम है, टैंपरेचर भी चेंज नहीं किया। ਇਹਦਾ मतलब ना तो मास चेंज, ना नंबर डेंसिटी चेंज, ना एरिया चेंज, ना चार्ज चेंज, रिलैक्सेशन टाइम भी चेंज नहीं होगा क्योंकि टैंपरेचर की गल कर रहे हैं, मैं फिक्स रखा। नाउ करंट आई फ्लो कर रहा है तो असी लेंथ ਇਹਦੀ डबल कर दी। पहला असी इन्ने हिस्से की गल करांगे। जे करंट आई फ्लो कर रहा है, मान लो कि ਇਹਦੇ ਵਿੱਚ पोटेंशियल डिफरेंस V है, ਤੇ ਹੁਣ सेम करंट ਜਿਹੜਾ है दूसरी वायर ਦੇ ਵਿੱਚੋਂ भी लगना है, इधरों करंट आ रहा है ਤੇ ਇਹਦੇ ਵਿੱਚੋਂ भी करंट ओना ही लंघ रहा, आई सेम, ਤੇ ਇੱਥੇ भी ਸਾਡੇ ਕੋਲ ਜਿਹੜਾ है पोटेंशियल डिफरेंस ਜਿਹੜਾ है ਉਹ भी V ही क्रिएट होएगा। लेंथ डबल कीती, करंट ਜਿਹੜਾ है ਅਸੀਂ सेम रखिया, ਇਹਦਾ मतलब कि ਸਾਡਾ टोटल ਜਿਹੜਾ है ਹੁਣ पोटेंशियल डिफरेंस that will be equal to 2V। टोटल पोटेंशियल डिफरेंस सानू 2V लगाना पेगा क्योंकि करंट नू सेम रखना है। नाउ करंट सेम, पोटेंशियल डिफरेंस 2V, ते सानू पता है कि रेजिस्टेंस का फार्मूला V नू I ना डिवाइड करो, V कितना है साडे कोल 2V, करंट सेम रखिया I, ते साडे कोल R दी जिहड़ी वैल्यू है रेजिस्टेंस कितना आ जाएगा साडे कोल 2 ते रहेगा, ए नवा रेजिस्टेंस है R डैश। Now that will be your first one, it will be equal to R। नवा रेजिस्टेंस साडा जिहड़ा है, पहला पोटेंशियल कितना सी साडी, पहला वायर सी लेंथ L, उदों पोटेंशियल V सी, पर करंट सेम रखन करके असी अगली वायर विच जदों वेखिया सेम पोटेंशियल होर क्रिएट हो गया। नवा रेजिस्टेंस साडा देखो पहले नालों जिहड़ा है डबल आ गया। ਇਹਦਾ मतलब लेंथ डबल करन दे नाल रेजिस्टेंस देखो तुहाडा जिहड़ा ਉਹ डबल हो गया। ਅਸੀਂ ਹਲੇ ਏਰੀਆ ਨੂੰ ਨਹੀਂ ਛੇੜਿਆ, ਇੱਕੋ ਚੀਜ਼ ਮੈਂ ਚੇਂਜ ਕੀਤੀ ਹੈ, ਸਿਰਫ ਲੈਂਥ, ਤਾਂ ਹੀ ਡਬਲ ਆਇਆ। ਇਹਦੇ ਅਸੀਂ ਨਿਊਮੈਰੀਕਲ ਵੀ ਗਾਂ ਸੋਲਵ ਕਰਾਂਗੇ। ਇਹ ਸੀਗਾ ਪ੍ਰੂਫ ਕਿ ਲੈਂਥ ਵਧਣ ਦੇ ਨਾਲ ਰੈਜ਼ਿਸਟੈਂਸ ਡਬਲ ਕਿਉਂ ਹੋ ਜਾਂਦੀ ਹੈ। ਨਾਓ ਸੈਕੰਡ ਪੁਆਇੰਟ ਜੇ ਅਸੀਂ ਨੋਟ ਕਰੀਏ, ਰੈਜ਼ਿਸਟੈਂਸ ਜਿਹੜਾ ਹੈ ਏਰੀਏ ਦੇ इनवर्सली प्रोपोर्शनल है। रेजिस्टेंस इज इनवर्सली प्रोपोर्शनल टू एरिया ऑफ क्रॉस सेक्शन। जिन्ना एरिया ऑफ क्रॉस सेक्शन ज्यादा होएगा, तार मोटी होएगी, ओना ओदा जेड़ा रेजिस्टेंस जेड़ा है वो घट आएगा। दो फैक्टर हो गए, ग्रेटर द लेंथ ग्रेटर विल बी द रेजिस्टेंस, स्मॉलर द एरिया ग्रेटर विल बी द रेजिस्टेंस। ਇਹ दो फैक्टर्स ने जिहदे उपर जिहड़ा है रेजिस्टेंस ऑफ ए कंडक्टर डिपेंड करता है। इन्हां दोनों फैक्टर्स नूं असी कंबाइन कर दिंदे हां। ਇਹਦਾ मतलब R प्रोपोर्शनल टू ए नंबर 1 सी ए नंबर 2 ਤੇ ਸਾਡੇ ਕੋਲ R प्रोपोर्शनल टू L over A। रेजिस्टेंस इज डायरेक्टली प्रोपोर्शनल टू लेंथ ऑफ द कंडक्टर। resistance is inversely proportional to area of cross section। ਤੇ ਜਦੋਂ ਅਸੀਂ ਪ੍ਰੋਪੋਰਸ਼ਨਲ ਦਾ ਨਿਸ਼ਾਨ ਹਟਾਵਾਂਗੇ, ਇੱਥੇ ਇੱਕ ਕਨਸਟੈਂਟ ਲਗਾਣੇ ਅਸੀਂ ਰੋ ਲਗਾ ਦਿੱਤਾ, L over ਸਾਡੇ ਕੋਲ ਆ ਗਿਆ A, and this constant is called resistivity। ਇਸ ਕਨਸਟੈਂਟ ਦਾ ਜਿਹੜਾ ਨਾਮ ਹੈ resistivity हैगा है, कांस्टेंट है, नाम ਇਹਦਾ रजिस्टिविटी है। ਇਹਨੂੰ ਅਸੀਂ स्पेसिफिक रेजिस्टेंस भी बोलते हैं। इट इज आल्सो कॉल्ड स्पेसिफिक रेजिस्टेंस। रेजिस्टेंस लेंथ दे डायरेक्टली एरिया दे इनवर्सली प्रोपोर्शनल निशान टाया इक्वल पाके रो आ जाएगा, रो L over A, and rho is called specific resistance। now इस फॉर्मूले नूं इस फॉर्मूले दे नाल कंपेयर करो, ध्यान नाल देखो, R ते R, L ते L, A ते A। ਇਹਦਾ मतलब
ਸਾਡੀ ਜਿਹੜੀ ਹੈ ਰੋ ਦੀ ਵੈਲਿਊ ਕਿੰਨੀ ਹੋਏਗੀ ਚੈੱਕ ਕਰੋ। ਆਰ ਦੀ ਜਗ੍ਹਾ ਤੇ ਆਰ, ਐਲ ਦੀ ਜਗ੍ਹਾ ਤੇ ਐਲ, ਏ ਦੀ ਜਗ੍ਹਾ ਤੇ ਨੀਚੇ ਏ। ਨਾਓ ਵਾਟ ਵਿਲ ਬੀ ਰੋ, ਰੋ ਦੀ ਸਾਡੀ ਜਿਹੜੀ ਹੈ ਵੈਲਿਊ ਕਿੰਨੀ ਆਏਗੀ ਇਹਨੂੰ ਚੈੱਕ ਕਰੋ। ਸਾਡੇ ਕੋਲ ਰੋ ਦੀ ਵੈਲਿਊ ਕਿੰਨੀ ਆਏਗੀ, ਰੋ ਵਿਲ ਬੀ ਇਕੁਅਲ ਟੂ ਇੱਕ ਆ ਜਾਏਗਾ m, नीचे रह गया n e square tau. This is the value of resistivity of the conductor. ਜਾਂ ਇਸ ਇਕੁਏਸ਼ਨ ਨੂੰ ਇਹਦੇ ਨਾਲ ਡਿਵਾਈਡ ਕਰ ਦੋ ਤਾਂ ਵੀ ਰੋ ਨਿਕਲ ਆਏਗਾ, ਜਾਂ ਕੰਪੇਅਰ ਕਰ ਲਓ r a l ਤੇ a ਇਹਨਾਂ ਵਿੱਚੋਂ ਛੱਡ ਦੋ, ਬਾਕੀ ਰੋ ਜਿਹੜਾ ਹੋਏਗਾ, ਜਿਹੜਾ ਬਾਕੀ ਜਿਹੜੇ ਸਿੰਬਲ ਬਚ ਗਏ ਉਹ ਸਾਡੀ ਵੈਲਿਊ ਰੋ ਦੀ ਆ ਜਾਏਗੀ। Now rho is equal to resistivity is equal to m over n e square tau. ਰੈਜ਼ਿਸਟੈਂਸ ਲੈਂਥ ਤੇ ਡਿਪੈਂਡ ਕਰ ਰਹੀ ਹੈ, ਪਰ ਰੈਜ਼ਿਸਟਿਵਿਟੀ ਵਿੱਚ ਕਿਤੇ ਵੀ ਲੈਂਥ ਨਹੀਂ ਹੈਗੀ। ਰੈਜ਼ਿਸਟਿਵਿਟੀ ਲੈਂਥ ਤੇ ਡਿਪੈਂਡ ਨਹੀਂ ਕਰਦੀ, ਇਹ ਯਾਦ ਰੱਖਣਾ ਹੈ। ਰੈਜ਼ਿਸਟੈਂਸ ਲੈਂਥ ਦੇ ਡਾਇਰੈਕਟਲੀ ਹੈ, ਬਟ ਰੈਜ਼ਿਸਟਿਵਿਟੀ ਦੇ ਫਾਰਮੂਲੇ ਦੇ ਵਿੱਚ ਕਿਤੇ ਵੀ ਲੈਂਥ ਨਹੀਂ ਹੈ। ਇਹਦਾ ਮਤਲਬ ਰੈਜ਼ਿਸਟਿਵਿਟੀ ਡਸ ਨਾਟ ਡਿਪੈਂਡ ਅਪਨ ਦੀ ਲੈਂਥ ਆਫ ਦੀ ਕੰਡਕਟਰ, ਇਹ ਕੰਡਕਟਰ ਦੀ ਲੈਂਥ ਉੱਤੇ ਡਿਪੈਂਡ ਨਹੀਂ ਕਰਦੀ। ਨਾਓ resistance inversely proportional to area of cross section, resistance area of cross section ਦੇ ਇਨਵਰਸਲੀ ਹੈ, ਬਟ ਇੱਥੇ ਕਿਤੇ ਵੀ area of cross section ਨਹੀਂ ਹੈ। ਇਹਦਾ ਮਤਲਬ resistivity ਜਿਹੜੀ ਹੈ does not depend upon the area of cross section, neither it depend upon the length, neither it depend upon the area of cross section, it is just a constant। ਜੇ ਲੈਂਥ ਡਬਲ ਕਰਤੀ ਤੇ ਰੈਜ਼ਿਸਟੈਂਸ ਤੇ ਫਰਕ ਪਏਗਾ, ਬਟ ਰੈਜ਼ਿਸਟਿਵਿਟੀ ਆਲਵੇਜ਼ ਰਿਮੇਨ ਸੇਮ। ਏਰੀਆ ਨੂੰ ਅਸੀਂ ਚੇਂਜ ਕਰਤਾ, ਏਰੀਆ ਚੇਂਜ ਕਰਕੇ ਰੈਜ਼ਿਸਟੈਂਸ ਤੇ ਫਰਕ ਪਏਗਾ, ਬਟ ਰੈਜ਼ਿਸਟਿਵਿਟੀ ਜਿਹੜੀ ਹੈ ਇਟ ਵਿਲ ਆਲਵੇਜ਼ ਰਿਮੇਨ ਸੇਮ। ਇਹਨੇ ਆਪਣੀ ਵੈਲਿਊ ਕਦੀ ਵੀ ਚੇਂਜ ਨਹੀਂ ਕਰਨੀ। ਨਾਓ ਇਟ ਇਜ਼ ਅ ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ। ਇਹਦੇ ਬਾਰੇ ਜਿਹੜਾ ਹੈ ਮੈਂ ਫਰਦਰ ਜਿਹੜਾ ਆਪਾਂ ਡਿਸਕਸ ਕਰਾਂਗੇ ਇਨ ਦਾ ਨੈਕਸਟ ਲੈਕਚਰ, ਤੇ ਇਹਦੀਆਂ ਜਿਹੜੀਆਂ ਡੈਫੀਨੇਸ਼ਨਸ ਨੇ ਮੈਂ ਤੁਹਾਨੂੰ ਨਾਲ ਜਿਹੜਾ ਹੈ ਉਹ ਰਿਟਨ ਜਿਹੜੀਆਂ ਉਹ ਵੀ ਨਾਲ ਤੁਹਾਨੂੰ ਮੈਂ WhatsApp ਕਰ ਦੂੰਗਾ। ਤੇ ਆਈ ਹੋਪ ਕਿ ਤੁਹਾਨੂੰ ਅੱਜ ਦਾ ਜਿਹੜਾ ਲੈਕਚਰ ਹੈ, ਜਿਹੜਾ ਮੇਨ ਲੈਕਚਰ ਹੈ ਓਮਸ ਲਾਅ, ਇਹ ਤੁਹਾਨੂੰ ਕਲੀਅਰ ਹੋ ਗਿਆ ਹੋਏਗਾ। ਥੈਂਕ ਯੂ।